ਮਾਨ ਮੁੱਖ ਮੰਤਰੀ ਪੰਜਾਬ ਨੇ ਤਿੱਖੇ ਸ਼ਬਦਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਅੱਜ ਵਾਰ ਕੀਤਾ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਹੋਰਾਂ ਤੇ। ਉਹ ਕਹਿੰਦੇ ਕਿ ਜਿਹੜੇ ਸੇਵਾ ਕੇਂਦਰ ਬਣਾਏ ਸੀ, ਤੁਸੀਂ ਕਿਹਾ ਕਿ ਸੇਵਾ ਕੇਂਦਰ ਅਸੀਂ ਬਣਾਉਂਦੇ ਰਹਿ ਗਏ, ਪਰ ਇਸ ਦਾ ਉਹਨਾਂ ਨੇ ਅੱਜ ਜਵਾਬ ਤਿੱਖੇ ਸ਼ਬਦਾਂ 'ਚ ਦਿੱਤਾ। ਉਹ ਕਹਿੰਦੇ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ। ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ ਸੁਖਬੀਰ ਬਾਦਲ ਜੀ, ਤੁਹਾਡੇ ਕਿਸੇ ਬਾਪ ਦੀ ਜ਼ਗੀਰ ਨਹੀਂ ਹੈਗੀ। ਇਹ ਜਿਹੜਾ ਬਹੁਤ ਵੱਡੀ ਕਰਪਸ਼ਨ ਹੈ। ਕਰਪਸ਼ਨ ਦੇ ਉੱਤੇ ਤੇ ਮੁੱਖ ਮੰਤਰੀ ਸਾਹਿਬ ਨੂੰ ਇਨਕੁਆਇਰੀ ਆਰਡਰ ਕਰਨੀ ਚਾਹੀਦੀ ਸੀ। ਪਰ ਜਦੋਂ ਗੱਲ ਇੰਨੀ ਚੁੱਭਦੀ ਹੈ ਤੇ ਭਾਸ਼ਾ ਇੰਨੀ ਮਾੜੀ ਹੁੰਦੀ ਹੈ, ਉਹਦਾ ਕਿਤੇ ਨਾ ਕਿਤੇ ਸੇਕ ਲੱਗਦਾ ਜਦੋਂ ਕਰਪਸ਼ਨ ਦੀ ਗੱਲ ਸਾਹਮਣੇ ਆਉਂਦੀ ਹੈ। ਜਿਹੜੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਬਣਾ ਰਹੀ ਹੈ, ਮੈਨੂੰ ਲੱਗਦਾ ਕਿ ਆਰਟਿਸਟ ਹੀ ਇੰਨੇ ਮਹਿੰਗੇ ਪੈਸੇ ਲੈਣ ਲੱਗ ਗਿਆ ਕਿ ਮੁੱਖ ਮੰਤਰੀ ਸਾਹਿਬ ਦੀ ਫੋਟੋ ਹੀ ਕਿੰਨੇ ਲੱਖ ਦੀ ਮੇਰੇ ਖਿਆਲੋਂ ਪੇਂਟ ਕਰਨ ਦੇ ਲੈਣ ਲੱਗ ਗਿਆ। ਭਗਵੰਤ ਮਾਨ ਸਾਹਿਬ ਨੇ ਤਾਂ ਇੱਥੋਂ ਤੱਕ ਸਟੇਟਮੈਂਟ ਦਿੱਤੀ ਹੈ ਜਦੋਂ ਉਦਘਾਟਨ ਕੀਤਾ 5 ਫੇਸ ਮੋਹਾਲੀ ਦੇ ਅੰਦਰ ਮੁਹੱਲਾ ਕਲੀਨਿਕ ਦਾ, ਕਿ ਅਮਰੀਕਾ ਵਾਲੇ ਵੀ ਸੋਚ ਰਹੇ ਆ ਸਾਡੇ ਇਸ ਮਾਡਲ ਨੂੰ ਅਪਣਾਉਣ ਦੇ ਲਈ। ਨਹੀਂ, ਚਲੋ ਚੰਗੀ ਗੱਲ ਹੈ, ਵਿੱਚ ਵਿੱਚ ਕਾਮੇਡੀ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ, ਆਪਣੇ ਪ੍ਰੋਫੈਸ਼ਨ ਨਾਲ ਜੁੜੇ ਰਹਿਣਾ ਚਾਹੀਦਾ। ਕਰਪਸ਼ਨ ਦੀਆਂ ਫਾਈਲਾਂ ਖੁੱਲ੍ਹਣੀਆਂ ਚਾਹੀਦੀਆਂ, ਜਿਹੜਾ ਕੋਈ ਦੋਸ਼ੀ ਆ ਫੜਨਾ ਚਾਹੀਦਾ। ਜਦੋਂ ਦੀ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਵਿਰੋਧੀ ਧਿਰਾਂ ਨੇ ਜਿਹੜੀਆਂ ਖਾਸ ਕਰਕੇ ਉਹ ਸਰਗਰਮੀ ਇਸ ਕਰਕੇ ਦਿਖਾਉਂਦੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸੱਤਾ ਵਿੱਚ ਆ ਗਏ ਇਹ ਬੇਸਮਝ ਨੇ ਔਰ ਇਹਨਾਂ ਨੂੰ ਸਮਝ ਨਹੀਂ ਹੈ ਸਰਕਾਰ ਕਿਵੇਂ ਚਲਾਉਣੀ ਹੈ। ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾਅਵੇ ਕਰ ਰਹੇ ਨੇ ਕਿ ਸਰਕਾਰ ਸਾਨੂੰ ਚਲਾਉਣੀ ਆਉਂਦੀ ਹੈ, ਸਾਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ ਹੈ, ਅਸੀਂ ਆਪਣੇ ਢੰਗ ਨਾਲ ਕੰਮ ਕਰ ਰਹੇ ਹਾਂ ਔਰ ਸਹੀ ਕਰ ਰਹੇ ਹਾਂ। ਇਸ ਤਰ੍ਹਾਂ ਦੀ ਖਿੱਚੋਤਾਣ ਦੇ ਵਿੱਚੋਂ ਹੋਰ ਬਹੁਤ ਸਾਰੀਆਂ ਸਿਆਸਤ ਵਿੱਚ ਗੱਲਾਂ ਹੋ ਰਹੀਆਂ ਨੇ। ਅੱਜ ਅਸੀਂ ਗੱਲ ਕਰਾਂਗੇ ਸਿਆਸਤ ਦੇ ਉੱਤੇ ਔਰ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਉੱਤੇ ਕਿ ਇਸ ਨੂੰ ਕਿਵੇਂ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ ਔਰ ਜਿਹੜਾ ਕੰਮ ਹੋ ਰਿਹਾ ਇਸ ਨਾਲ ਤਸੱਲੀ ਹੈ ਜਾਂ ਨਹੀਂ ਹੈ। ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ। ਚੀਮਾ ਸਾਹਿਬ, ਸਭ ਤੋਂ ਪਹਿਲਾਂ ਇਹੀ ਟਿੱਪਣੀ ਤੁਹਾਡੇ ਤੋਂ ਲੈਣੀ ਚਾਹਾਂਗੇ, ਮੁੱਖ ਮੰਤਰੀ ਦੇ ਦਾਅਵੇ ਤੁਹਾਨੂੰ ਠੀਕ ਲੱਗਦੇ ਆ ਜਾਂ ਕੁਝ ਕਮੀ ਹੈ? ਦੇਖੋ, ਗੱਲ ਇਹ ਹੈ ਕਿ ਜਿੰਨੇ ਵੀ ਐਲਾਨ ਮੁੱਖ ਮੰਤਰੀ ਸਾਹਿਬ ਨੇ ਜਾਂ ਅਰਵਿੰਦ ਕੇਜਰੀਵਾਲ ਜੀ ਨੇ ਕੀਤੇ ਸੀ, ਇੱਕ ਵੀ ਐਲਾਨ ਹਾਲੇ ਜ਼ਮੀਨ ਦੇ ਉੱਤੇ ਜਿਹੜਾ ਉਹ ਹਕੀਕਤ ਦਾ ਰੂਪ ਧਾਰਨ ਨਹੀਂ ਕਰ ਸਕਿਆ। ਪਰ ਉਸ ਦੇ ਵਿੱਚ ਦੋ ਵੱਡੇ ਦਾਅਵੇ ਕਰਦੇ ਹੋ, ਕਹਿੰਦੇ 1 ਜੁਲਾਈ ਤੋਂ ਬਿਜਲੀ ਦੇ 300 ਯੂਨਿਟ ਮਾਫ ਹਰੇਕ ਵਰਗ ਨੂੰ ਵਿੱਚ ਸ਼ਾਮਲ ਕਰ ਲਿਆ, ਨਾਲੇ ਕਹਿ ਰਹੇ ਅਸੀਂ ਮੁਹੱਲਾ ਕਲੀਨਿਕ 15 ਅਗਸਤ ਤੋਂ 75 ਸ਼ੁਰੂ ਕਰ ਦੇਣੇ। ਉਹ ਹਾਲੇ ਲਾਗੂ ਹੋਣ ਦਿਓ। ਕਹਿੰਦੇ ਤਾਂ ਬਹੁਤ ਕੁਛ ਹੈ, ਕਿਉਂਕਿ ਝੂਠ ਮਾਰਨ ਦੇ ਵਿੱਚ ਤਾਂ ਹਾਲੇ ਤਾਂ ਜਿੱਦਾਂ 10 ਦਿਨ ਸਰਕਾਰ ਬਣੀ ਨੂੰ ਹੋਏ ਸੀ, ਇਹਨਾਂ ਨੇ ਹਿਮਾਚਲ ਤੇ ਗੁਜਰਾਤ 'ਚ ਜਾ ਕੇ ਅਨਾਉਂਸ ਵੀ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਰਪਸ਼ਨ ਖਤਮ ਕਰ ਦਿੱਤੀ। ਇਹ ਵੀ ਤਾਂ ਦਾਅਵਾ ਹੀ ਸੀ। ਉੱਥੇ ਵੀ ਅਨਾਉਂਸ ਕਰ ਦਿੱਤਾ ਸੀ ਕਿ ਅਸੀਂ ਬਿਜਲੀ ਵੀ ਫ੍ਰੀ ਕਰ ਦਿੱਤੀ ਹੈ, 1000 ਰੁਪਈਆ ਬੀਬੀਆਂ ਨੂੰ ਵੀ ਦਿੱਤਾ ਜਾਣਾ। ਪਰ ਜ਼ਮੀਨੀ ਹਕੀਕਤਾਂ ਜਿਹੜੀਆਂ ਨੇ ਹਾਲੇ ਬਿਲਕੁਲ ਵੱਖਰੀਆਂ ਨੇ। ਪ੍ਰੈਕਟੀਕਲੀ ਮੈਂ ਕਹਿ ਸਕਦਾ ਕਿ ਇੱਕ ਵੀ ਵਾਅਦਾ, ਸਭ ਤੋਂ ਵੱਡਾ ਵਾਅਦਾ ਤੇ ਨੌਜਵਾਨਾਂ ਨਾਲ ਸੀ, ਨੌਕਰੀਆਂ ਦਾ। ਹੁਣ ਦੱਸੋ ਵੀ 35,000 ਰੈਗੂਲਰ ਕਰਨ ਦੇ ਵੀ ਐਲਾਨ ਹੋ ਚੁੱਕੇ ਨੇ, ਅਤੇ ਹੁਣ ਇੱਕ ਵੀ ਦੱਸੋ ਬੰਦਾ ਗਰਾਊਂਡ ਦੇ ਉੱਤੇ ਰੈਗੂਲਰ ਹੋਇਆ। ਭਰਤੀ ਜਿਹੜੀ ਹੈ, ਇੱਕ ਵੀ ਨਵਾਂ ਬੰਦਾ ਭਰਤੀ ਨਹੀਂ ਹੋਇਆ। ਇਹ ਜ਼ਰੂਰ ਹੈ ਕਿ ਪੋਸਟਾਂ ਹੁਣ ਖਤਮ ਕੀਤੀਆਂ ਜਾ ਰਹੀਆਂ ਜਾਂ ਲੋਕ ਅਸਤੀਫੇ ਦੇ ਕੇ ਨੌਕਰੀਆਂ ਤੋਂ ਭੱਜ ਰਹੇ। ਇਸ ਲਈ ਜ਼ਮੀਨੀ ਹਕੀਕਤਾਂ ਬਿਲਕੁਲ ਫਰਕ ਨੇ ਅਤੇ ਜਿਹੜੇ ਦਾਅਵੇ ਨੇ ਉਹ ਬਹੁਤ ਵੱਡੇ ਜੀ। ਡਾਕਟਰ ਸਾਹਿਬ, ਇੱਕ ਗੱਲ ਬੜੀ ਸੁਣਨ ਨੂੰ ਵੇਖਣ ਨੂੰ ਮਿਲੀ, ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਤਿੱਖੇ ਸ਼ਬਦਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਅੱਜ ਵਾਰ ਕੀਤਾ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਹੋਰਾਂ ਤੇ। ਉਹ ਕਹਿੰਦੇ ਕਿ ਜਿਹੜੇ ਸੇਵਾ ਕੇਂਦਰ ਬਣਾਏ ਸੀ, ਤੁਸੀਂ ਕਿਹਾ ਕਿ ਸੇਵਾ ਕੇਂਦਰ ਅਸੀਂ ਬਣਾਉਂਦੇ ਰਹਿ ਗਏ, ਇਹਨਾਂ ਨੇ ਮੁਹੱਲਾ ਕਲੀਨਿਕ ਉੱਤੇ 20 ਲੱਖ ਰੁਪਈਆ ਇੱਕ ਤੇ ਲਾ ਕੇ ਤੇ ਬੜੇ ਕਰੋੜਾਂ ਰੁਪਈਏ ਜਿਹੜੇ ਬਰਬਾਦ ਕਰ ਦਿੱਤੇ। ਪਰ ਇਸ ਦਾ ਉਹਨਾਂ ਨੇ ਅੱਜ ਜਵਾਬ ਤਿੱਖੇ ਸ਼ਬਦਾਂ 'ਚ ਦਿੱਤਾ। ਉਹ ਕਹਿੰਦੇ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ, ਤਾਂ ਇਸ ਸਰਕਾਰ ਦਾ ਪ੍ਰਾਪਰਟੀ ਹੈ, ਸਰਕਾਰੀ ਅਸੀਂ ਜਿਵੇਂ ਮਰਜ਼ੀ ਵਰਤੀਏ। ਦੇਖੋ, ਗੱਲ ਇਹ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੁੰਦਾ ਜੀ। ਇਸ ਕਰਕੇ ਮੈਂ ਤਾਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ। ਮੁੱਖ ਮੰਤਰੀ ਦੇ ਮੂੰਹ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਆਪੋਜੀਸ਼ਨ ਦੇ ਲੀਡਰਾਂ ਦੇ ਵਾਸਤੇ ਇਹ ਸ਼ੋਭਾ ਨਹੀਂ ਦਿੰਦੀ। ਪਰ ਇਹ ਭਾਸ਼ਾ ਇੰਨੀ ਤਿੱਖੀ ਨਿਕਲਦੀ ਕਿਉਂ ਹੈ? ਉਹਦੇ ਕਾਰਨ ਹੈ ਕਿ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਕਲੀਨਿਕ, ਪਹਿਲਾਂ ਮੁਹੱਲਾ ਕਲੀਨਿਕ ਕਹਿੰਦੇ ਸੀ, ਹੁਣ ਆਮ ਆਦਮੀ ਪਾਰਟੀ ਕਲੀਨਿਕ, ਉਹ ਜਿਹੜੀ ਛੋਟੀ ਜਿਹੀ ਇਮਾਰਤ ਸੇਵਾ ਕੇਂਦਰਾਂ ਦੀਆਂ ਅਸੀਂ ਬਣਾ ਕੇ ਬਹੁਤ ਸੋਹਣੀਆਂ ਤਿਆਰ ਕੀਤੀਆਂ ਸੀ, ਉਹ ਛੋਟੀ ਜਿਹੀ ਇਮਾਰਤ ਹੈ ਅਤੇ 20-20 ਲੱਖ ਦੇ ਬਿੱਲ ਜਿਹੜੇ ਆ ਇੱਕ ਇਮਾਰਤ ਦੇ ਜਿਹੜੇ ਆ ਉਹ ਇਹਨਾਂ ਨੇ ਰੈਨੋਵੇਸ਼ਨ ਦੇ ਪਾਏ, ਪੇਂਟ ਕਰਨ ਦੇ ਪਾਏ। ਉਹਦੇ 'ਤੇ ਅਸੀਂ ਸਵਾਲ ਚੁੱਕਿਆ ਸੀ ਕਿ 75 ਸੈਂਟਰ ਬਣਾਏ ਆ ਅਤੇ 15 ਕਰੋੜ ਰੁਪਈਆ ਇਹ ਜਿਹੜਾ ਬਹੁਤ ਵੱਡੀ ਕਰਪਸ਼ਨ ਹੈ। ਹੁਣ ਇਸ਼ੂ ਦਾ ਕਰਪਸ਼ਨ ਦਾ
ਲੇਕਿਨ ਕਰਪਸ਼ਨ ਦੇ ਉੱਤੇ ਤੇ ਮੁੱਖ ਮੰਤਰੀ ਸਾਹਿਬ ਨੂੰ ਇਨਕੁਆਇਰੀ ਆਰਡਰ ਕਰਨੀ ਚਾਹੀਦੀ ਸੀ ਜੇ ਉਹ ਸੱਚੇ ਹੈ ਤਾਂ। ਪਰ ਜਦੋਂ ਗੱਲ ਇੰਨੀ ਚੁੱਭਦੀ ਹੈ ਤੇ ਭਾਸ਼ਾ ਇੰਨੀ ਮਾੜੀ ਹੁੰਦੀ ਹੈ, ਉਹਦਾ ਕਿਤੇ ਨਾ ਕਿਤੇ ਸੇਕ ਲੱਗਦਾ। ਜਦੋਂ ਕਰਪਸ਼ਨ ਦੀ ਗੱਲ ਸਾਹਮਣੇ ਆਉਂਦੀ ਹੈ, ਇਨਕੁਆਇਰੀ ਦੀ ਮੰਗ ਉੱਠਦੀ ਹੈ, ਤੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਤਲਖੀ ਪੈਦਾ ਹੁੰਦੀ। ਹੁਣ ਇਨਕੁਆਇਰੀ ਕਰਾ ਲਓ। 15 ਕਰੋੜ ਰੁਪਈਆ ਦੁਨੀਆ ਦਾ ਜਿੱਥੋਂ ਮਰਜ਼ੀ ਕੋਈ ਬੰਦਾ ਆਪਣੀ ਮਰਜ਼ੀ ਦਾ ਲਿਆ ਕੇ ਇਨਕੁਆਇਰੀ ਕਰਾ ਲਓ, ਸਾਬਤ ਨਹੀਂ ਕਰ ਸਕਦਾ ਕੋਈ ਕਿ ਬਿਲਡਿੰਗ ਨਵੀਂ ਹਾਲੇ ਬਣੀ ਹੈ 5-4 ਸਾਲ ਪਹਿਲਾਂ, ਉਹਦੇ 'ਚ ਬਿਜਲੀ ਦੀਆਂ ਫਿਟਿੰਗ ਹੋਈਆਂ ਨੇ, ਸਾਰਾ ਕੁਝ ਪੇਂਟ ਹੋਇਆ, ਏਸੀ ਉੱਥੇ ਲੱਗੇ ਸੀ, ਜਨਰੇਟਰ ਉਹਨਾਂ ਦੇ ਨਾਲ ਪਏ ਸੀ, ਕੰਪਿਊਟਰ ਉੱਥੇ ਪਏ ਸੀ, ਤੇ ਤੁਸੀਂ ਉਸ ਇੱਕ ਕਮਰੇ 'ਚ ਕੀ ਚੀਜ਼ ਰੱਖ ਦਿੱਤੀ ਕਿ 20 ਲੱਖ ਰੁਪਈਆ ਇਕੱਲਾ ਉਹਦੇ ਰੰਗ ਰੋਗਨ ਦਾ ਬਿੱਲ ਤੁਸੀਂ ਪਾਤਾ ਜੀ। ਉਹ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਬਣਾ ਰਹੀ ਹੈ, ਮੈਨੂੰ ਲੱਗਦਾ ਕਿ ਆਰਟਿਸਟ ਹੀ ਇੰਨੇ ਮਹਿੰਗੇ ਪੈਸੇ ਲੈਣ ਲੱਗ ਗਿਆ ਕਿ ਮੁੱਖ ਮੰਤਰੀ ਸਾਹਿਬ ਦੀ ਫੋਟੋ ਹੀ ਕਿੰਨੇ ਲੱਖ ਦੀ ਮੇਰੇ ਖਿਆਲ ਪੇਂਟ ਕਰਨ ਦੇ ਲੈਣ ਲੱਗ ਗਿਆ। ਇਸ ਕਰਕੇ ਜਵਾਬ ਦੇਣਾ ਚਾਹੀਦਾ ਸੀ ਕਰਪਸ਼ਨ ਦਾ, ਤੇ ਮੁੱਖ ਮੰਤਰੀ ਸਾਹਿਬ ਨੂੰ ਤਲਖੀ ਹੈ ਕਿ ਤੁਹਾਡੇ ਪਿਓ ਦੀ ਨਹੀਂ, ਦੂਜੇ ਦੀ ਨਹੀਂ, ਇਹਨਾਂ ਗੱਲਾਂ ਨਾਲ ਸੰਤੁਸ਼ਟੀ ਲੋਕਾਂ ਦੀ ਨਹੀਂ ਹੋਣੀ। ਜਿਵੇਂ ਤੁਸੀਂ ਕਿਹਾ ਕਿ ਸੇਵਾ ਕੇਂਦਰ ਅਸੀਂ ਲੋਕਾਂ ਦੀ ਸਹੂਲਤ ਲਈ ਬਣਾਏ, 2100 ਤੋਂ ਤਕਰੀਬਨ ਵੱਧ ਗਿਣਤੀ ਸੀ। ਉਹ ਵੱਖਰੀ ਗੱਲ ਹੈ ਕਿ ਕੈਪਟਨ ਦੀ ਸਰਕਾਰ ਆਈ ਤੇ ਉਸ ਦੇ ਵਿੱਚ ਅੱਧੇ ਤਕਰੀਬਨ ਬੰਦ ਕਰ ਦਿੱਤੇ ਗਏ ਕਿ ਉੱਥੇ ਜ਼ਿਆਦਾ ਲੋਕ ਆਉਂਦੇ ਨਹੀਂ ਆ। ਪਰ ਉਹ ਕਹਿੰਦੇ ਵੀ ਉੱਥੇ ਗਾਵਾਂ ਟੱਕਰਾਂ ਮਾਰ ਰਹੀਆਂ ਆ ਕੇ, ਜਿਹੜੇ ਅਵਾਰਾ ਪਸ਼ੂ ਨੇ ਉਹ ਬੈਠਣ ਲੱਗ ਗਏ ਸੀ, ਉਹਨਾਂ ਨੂੰ ਸੰਭਾਲਿਆ ਨਹੀਂ ਗਿਆ, ਤੇ ਸਰਕਾਰ ਦੀ ਪ੍ਰਾਪਰਟੀ ਐ, ਅਸੀਂ ਆਪਣੀ ਮਰਜ਼ੀ ਨਾਲ ਵਰਤਾਂਗੇ। ਦੇਖੋ ਬਣਾਏ ਸੀਗੇ ਸੇਵਾ ਕੇਂਦਰ, ਇੱਕ ਸੇਵਾ ਕੇਂਦਰ ਨੇ 100 ਤੋਂ ਵੱਧ ਸਹੂਲਤਾਂ ਲੋਕਾਂ ਨੂੰ ਦੇਣੀਆਂ ਸੀ। ਹੁਣ ਪਿਛਲੀ ਸਰਕਾਰ ਨੇ ਈਰਖਾ ਵਸ ਇਹਨਾਂ ਨੂੰ ਬੰਦ ਕਰ ਦਿੱਤਾ ਤੇ ਲੋਕਾਂ ਨੇ ਉੱਥੇ ਪਾਥੀਆਂ ਥੱਪੀਆਂ। ਇਸ ਸਰਕਾਰ ਨੇ ਵੀ ਆ ਕੇ ਉਹਨਾਂ ਨੂੰ ਚਾਲੂ ਨਹੀਂ ਕੀਤਾ ਜੋ ਸੇਵਾ ਉੱਥੇ ਜਿਸ ਮਕਸਦ ਵਾਸਤੇ ਬਣਿਆ ਸੀ, ਤੇ ਉੱਥੇ ਗਾਈਆਂ ਚੁਗਦੀਆਂ। ਇਹਦੇ 'ਚ ਹੁਣ ਸਾਡਾ ਕੀ ਕਸੂਰ ਹੈ ਵੀ ਅਸੀਂ ਤਾਂ ਸੇਵਾ ਕੇਂਦਰ ਬਣਾ ਕੇ ਉੱਥੇ ਸਟਾਫ ਭਰਤੀ ਕਰਕੇ ਚਲਾ ਕੇ ਲੋਕੀ ਉੱਥੇ ਸਰਟੀਫਿਕੇਟ ਇਸ਼ੂ ਕਰਾਉਂਦੇ ਸੀ। ਜਾਂ ਤਾਂ ਕਾਂਗਰਸ ਜਵਾਬ ਦੇਵੇ ਵੀ ਪਾਥੀਆਂ ਕਿਉਂ ਥੱਪੀਆਂ ਲੋਕਾਂ ਨੇ, ਤੁਸੀਂ ਕਿਉਂ ਬੰਦ ਕੀਤਾ, ਨਾਲੇ ਜਿਹੜੇ ਬੱਚੇ ਰੁਜ਼ਗਾਰ ਲੱਗੇ ਸੀ ਉਹ ਵਿਹਲੇ ਕੀਤੇ, ਨਾਲੇ ਲੋਕਾਂ ਕੋਲੋਂ ਸਹੂਲਤਾਂ ਖੋਹੀਆਂ, ਨਾਲੇ ਜਿਹੜਾ ਸਰਕਾਰ ਦਾ ਲੱਗਿਆ ਹੋਇਆ ਪੈਸਾ ਲੋਕਾਂ ਦਾ ਉਹ ਤੁਸੀਂ ਵੇਸਟ ਕੀਤਾ। ਤੇ ਇਹ ਵੀ ਆ ਕੇ ਦੱਸਣ ਵੀ 7 ਮਹੀਨੇ ਹੋ ਗਏ ਇਹਨਾਂ ਨੇ ਸੇਵਾ ਕੇਂਦਰ ਕਿਉਂ ਨਹੀਂ ਚਾਲੂ ਕੀਤੇ। ਤੇ ਹੁਣ ਤੁਸੀਂ ਸੇਵਾ ਕੇਂਦਰ, ਕਿਉਂਕਿ ਇਹ ਪਿਛਲੀ ਸਰਕਾਰਾਂ ਨੂੰ ਕ੍ਰੈਡਿਟ ਨਾ ਜਾਵੇ, ਇਸ ਕਰਕੇ ਤੁਸੀਂ ਨਵਾਂ ਉਹਦੇ 'ਚ ਕੰਮ ਲੱਖ ਲਿਆ ਕਿ ਅਸੀਂ ਇਹਨੂੰ ਕਲੀਨਿਕ ਬਣਾਉਣਾ। ਡਾਕਟਰ ਸਾਹਿਬ ਇੱਕ ਸਵਾਲ ਇਹ ਆ ਕਿ ਭਗਵੰਤ ਮਾਨ ਸਰਕਾਰ ਨੇ ਜੇ ਫੈਸਲਾ ਆਪਣੇ ਪੱਧਰ ਤੇ ਲੈ ਲਿਆ ਕਿ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਵਰਤਣਾ ਹੈ, ਤੇ ਮੁਹੱਲਾ ਕਲੀਨਿਕ ਤੋਂ ਦਿੱਕਤ ਕੀ ਹੈ ਜੇਕਰ ਬਣ ਜਾਣਗੇ? ਉਹ ਦਾਅਵਾ ਕਰ ਰਿਹਾ, ਕਹਿੰਦੇ ਜਿਹੜੇ ਲੋਕਾਂ ਤੱਕ ਇਲਾਜ ਨਹੀਂ ਪਹੁੰਚਦਾ ਅਸੀਂ ਡਾਕਟਰ ਉੱਥੇ ਭੇਜਾਂਗੇ, ਡਿਸਪੈਂਸਰੀਆਂ ਖਾਲੀ ਪਈਆਂ, ਪਹਿਲੀਆਂ ਸਰਕਾਰਾਂ ਨੇ ਕੁਝ ਕੀਤਾ ਹੀ ਨਹੀਂ, ਅਸੀਂ ਕਰਨ ਲਈ ਤਿਆਰ ਹੋਏ ਹਾਂ ਤੇ ਹੁਣ ਲੱਤਾਂ ਖਿੱਚਦੇ ਆ। ਦੇਖੋ ਗੱਲ ਇਹ ਹੈ ਨਾ ਕਿ ਇਹ ਜਿਹੜੇ ਸੇਵਾ ਕੇਂਦਰ ਬਣਾਏ ਸੀ, ਇਹ ਵੱਡਾ ਪਿੰਡ ਚੁਣ ਕੇ ਤੇ 10 ਪਿੰਡਾਂ ਦਾ ਜਿਹੜਾ ਕੋਈ ਸੈਂਟਰ ਅੱਡਾ ਬਣਦਾ ਸੀ ਉੱਥੇ ਬਣਾਇਆ ਸੀ। ਜ਼ਿਆਦਾਤਰ ਉਹਨਾਂ ਥਾਵਾਂ ਦੇ ਉੱਤੇ ਪਹਿਲਾਂ ਹੀ ਹੈਲਥ ਸੈਂਟਰ ਇਸ ਤੋਂ ਵਧੀਆ ਬਣੇ ਹੋਏ ਨੇ। ਹੁਣ ਰੋਪੜ ਸ਼ਹਿਰ ਦੇ ਵਿੱਚ ਵੀ ਤੁਸੀਂ ਬੰਦ ਕੀਤੇ ਨੇ, ਤੁਸੀਂ ਉਹਨੂੰ ਕਲੀਨਿਕ ਜੋ ਬਣਾਓਗੇ ਤਾਂ ਉੱਥੇ ਤਾਂ ਐਡਾ ਵੱਡਾ ਸਿਵਲ ਹਸਪਤਾਲ ਬਣਿਆ ਹੋਇਆ। ਫਰੀਦਕੋਟ ਮੈਡੀਕਲ ਕਾਲਜ ਦੇ ਸਾਹਮਣੇ ਸੇਵਾ ਕੇਂਦਰ ਬਣਾਇਆ ਸੀ ਕਿ ਉੱਥੇ ਲੋਕੀ ਜਿਹੜੇ ਆਉਂਦੇ ਜਾਂਦੇ ਆ, ਉੱਥੇ ਹਜ਼ਾਰਾਂ ਦੀ ਜਨਤਾ ਜੇ ਹੁੰਦੀ ਹੈ, ਉਹਨਾਂ ਨੂੰ ਨਾਲ ਬਾਕੀ ਸਹੂਲਤਾਂ ਉੱਥੇ ਸਟਾਫ ਨੂੰ ਦੂਜਿਆਂ ਨੂੰ ਮਿਲ ਜਾਣ। ਤੇ ਜੇ ਮੈਡੀਕਲ ਕਾਲਜ ਉੱਥੇ 1200 ਬੈੱਡ ਦਾ ਬਣਿਆ ਤੇ ਤੁਸੀਂ ਇੱਕ ਉੱਥੇ ਨਾਲ ਆਮ ਆਦਮੀ ਪਾਰਟੀ ਕਲੀਨਿਕ ਖੋਲ੍ਹ ਦਿਓ, ਉਹਦਾ ਕੀ ਫਾਇਦਾ? ਕਿੰਨੇ ਹੀ ਥਾਵਾਂ ਦੇ ਉੱਤੇ ਨੇ ਜਿਹੜੇ ਹਸਪਤਾਲ ਦੇ ਸਾਹਮਣੇ ਨੇ। ਈਵਨ ਜਲੰਧਰ ਦੇ ਵਿੱਚ ਪਿੰਮਸ ਦੇ ਅੰਦਰ ਖੁੱਲ੍ਹਿਆ ਹੋਇਆ ਸੇਵਾ ਕੇਂਦਰ, ਤੇ ਉਹ ਤਾਂ ਲੋਕਾਂ ਨੂੰ ਹੋਰ ਸਹੂਲਤਾਂ ਦੇਣ ਵਾਸਤੇ ਖੁੱਲ੍ਹਿਆ ਹੋਇਆ। ਹਸਪਤਾਲ ਤਾਂ ਉੱਥੇ ਆਲਰੇਡੀ ਇੰਨੇ 100 ਬੈੱਡ ਦੇ ਹਸਪਤਾਲ ਨੇ। ਪਿੰਡਾਂ ਦੇ ਵਿੱਚ ਸਬਸਿਡਰੀ ਹੈਲਥ ਸੈਂਟਰ ਨੇ, ਕਿਤੇ ਸਬ ਸੈਂਟਰ ਨੇ, ਕਿਤੇ ਪ੍ਰਾਇਮਰੀ ਹੈਲਥ ਸੈਂਟਰ ਨੇ, ਕਿਉਂਕਿ ਵੱਡੇ ਥਾਵਾਂ ਦੇ ਉੱਤੇ ਇਹ ਜਿਹੜੀਆਂ ਸੇਵਾਵਾਂ ਖੋਲ੍ਹੀਆਂ ਸੀ, ਜਿਹੜੇ ਵੱਡੇ ਅੱਡੇ ਆ ਜਾਂ ਵੱਡੇ ਕਸਬੇ ਆ ਉੱਥੇ ਖੋਲ੍ਹੀਆਂ ਸੀ। ਤੇ ਉੱਥੇ ਬਹੁਤੇ ਥਾਵਾਂ ਦੇ ਉੱਤੇ ਤਾਂ ਸਿਹਤ ਸਹੂਲਤਾਂ ਪਹਿਲਾਂ ਹੈਗੀਆਂ, ਤੁਸੀਂ ਉਹਨਾਂ ਨੂੰ ਹੋਰ ਤਗੜਿਆ ਕਰੋ। ਉੱਥੇ ਸਟਾਫ ਦੀ ਘਾਟ ਪੂਰੀ ਕਰੋ, ਉੱਥੇ ਦਵਾਈਆਂ ਜਿਹੜੀਆਂ ਪੂਰੀਆਂ ਕਰੋ। ਸਿਰਫ ਇੱਕ ਜਿਹੜਾ ਸਾਰੀ ਦੁਨੀਆ ਨੂੰ ਬੇਵਕੂਫ ਬਣਾਉਣ ਦਾ ਕੰਮ ਦਿੱਲੀ ਤੋਂ ਸ਼ੁਰੂ ਕੀਤਾ ਮੁਹੱਲਾ ਕਲੀਨਿਕ ਦਾ, ਕਿ ਅਸੀਂ ਜੇ ਇੱਕ ਨਵੀਂ ਚੀਜ਼ ਪੇਸ਼ ਕਰ ਰਹੇ ਹਾਂ ਤੇ ਉੱਥੇ ਕੀ ਦੱਸੋ, ਉਹਨੇ ਉਹ ਕਮਰੇ 'ਚ ਉੱਥੇ ਕੀ ਕਰੋਗੇ? ਭਗਵੰਤ ਮਾਨ ਸਾਹਿਬ ਨੇ ਤਾਂ ਇੱਥੋਂ ਤੱਕ ਸਟੇਟਮੈਂਟ ਦਿੱਤੀ ਹੈ ਜਦੋਂ ਉਦਘਾਟਨ ਕੀਤਾ 5 ਫੇਸ ਮੋਹਾਲੀ ਦੇ ਅੰਦਰ ਮੁਹੱਲਾ ਕਲੀਨਿਕ ਦਾ, ਕਿ ਅਮਰੀਕਾ ਵਾਲੇ ਵੀ ਸੋਚ ਰਹੇ ਆ ਸਾਡੇ ਇਸ ਮਾਡਲ ਨੂੰ ਅਪਣਾਉਣ ਦੇ ਲਈ, ਜਿਹੜੇ ਮਾਡਲ ਨੂੰ ਤੁਸੀਂ ਕਹਿ ਰਹੇ ਹੋ ਕੁਝ ਖਾਸ ਨਹੀਂ ਹੈ। ਨਹੀਂ ਚਲੋ ਚੰਗੀ ਗੱਲ ਹੈ, ਵਿੱਚ ਕਾਮੇਡੀ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ, ਆਪਣੇ ਪ੍ਰੋਫੈਸ਼ਨ ਨਾਲ ਜੁੜੇ ਰਹਿਣਾ ਚਾਹੀਦਾ। ਇਸ ਕਰਕੇ ਉਹਦੇ 'ਤੇ ਲੋਕਾਂ ਨੇ ਕਾਫੀ ਹਾਸਾ ਮਜ਼ਾਕ ਹੋਇਆ, ਇਸ ਲਈ ਇਹਨਾਂ ਦਾ ਪੁਰਾਣਾ ਕਿੱਤਾ ਵੀ ਹੈ ਕਾਮੇਡੀ ਦਾ। ਇਸ ਕਰਕੇ ਚਲੋ ਕਾਮੇਡੀ ਕਰਦੇ ਰਹਿਣ, ਵਿੱਚ ਇੱਦਾਂ ਦੇ ਜੋਕ ਜਾਕ ਸੁਣਾਉਂਦੇ ਰਹਿਣ। ਪਿੱਛੇ ਅੰਗਰੇਜ਼ਾਂ ਦਾ ਵੀ ਸੀ ਵੀ ਅੰਗਰੇਜ਼ ਇੱਥੇ ਪੜ੍ਹਨ ਆਇਆ ਕਰਨਗੇ, ਉਦੋਂ ਵੀ ਕਾਫੀ ਸੋਸ਼ਲ ਮੀਡੀਆ ਦੇ ਵਿੱਚ ਰੌਣਕ ਲੱਗੀ, ਕਈ ਅੰਗਰੇਜ਼ ਆਏ ਵੀ, ਕਈਆਂ ਨੂੰ ਲੋਕੀ ਰਿਸੀਵ ਕਰਨ ਵੀ ਗਏ। ਇਸ ਕਰਕੇ ਉਹ ਕਾਮੇਡੀ ਸਰਕਸ ਨਾਲ ਤਾਂ ਚੱਲਦੀ ਰਹਿਣੀ ਚਾਹੀਦੀ ਹੈ, ਪੁਰਾਣਾ ਪ੍ਰੋਫੈਸ਼ਨ ਹੈ। ਪਰ ਹੁਣ ਜਿਹੜੀ ਨਾਲ ਗੰਭੀਰਤਾ ਦੇ ਨਾਲ ਵੀ ਗੱਲਾਂ ਕਰਨ ਦੀ ਜਿਹੜੀ ਲੋੜ ਹੈ। ਇਸ ਕਰਕੇ ਮਹਾਰਾਜ ਗਾਲਾਂ ਨਾ ਕੱਢੋ,
ਇਹ ਬਹੁਤ ਵੱਡੀ ਕਰਪਸ਼ਨ ਹੈ। ਅੱਜ ਤੁਸੀਂ ਨਹੀਂ ਕੱਢੋਗੇ ਤਾਂ ਅਗਲੀਆਂ ਸਰਕਾਰਾਂ ਆ ਕੇ ਕੱਢਣਗੀਆਂ। ਇਹ 15 ਕਰੋੜ ਰੁਪਈਆ ਜਸਟੀਫਾਈ ਨਹੀਂ ਹੋਣਾ। ਇਹ ਮੈਂ ਕਹਿੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇੰਨੇ ਦੇ ਤਾਂ ਟਰੱਕ ਪੇਂਟ ਦੇ ਲਾਓ 15 ਕਰੋੜ ਦੇ, ਤੇ ਇੰਨੀ ਥਾਂ 'ਚ ਲੱਗਣੇ ਨਹੀਂ। ਉਹ ਜਿਹੜੇ ਉਹਨਾਂ ਦੇ ਜਿਹੜੇ ਆ ਪੀਪੇ ਇਕੱਠੇ ਕਰਕੇ ਉਹ ਵੀ ਨਹੀਂ ਲੱਗਣੇ। ਇਸ ਕਰਕੇ ਕਰਪਸ਼ਨ ਇਹਨੂੰ ਮੰਨ ਲਓ, ਅੱਜ ਨਹੀਂ ਮੰਨੋਗੇ ਕੱਲ੍ਹ ਨੂੰ ਮੰਨਣੀ ਪਊਗੀ। ਇਹ ਗਾਲਾਂ ਕੱਢੀਆਂ ਤਾਂ ਕੰਮ ਸਰਨਾ ਨਹੀਂ। ਪਰ ਜਿਹੜੀ ਤੁਸੀਂ ਗੱਲ ਨੂੰ ਕਰਪਸ਼ਨ ਦੱਸ ਰਹੇ ਹੋ, ਉਹ ਤਾਂ ਕਹਿੰਦੇ ਅਸੀਂ ਪੁਰਾਣੀਆਂ ਫਾਈਲਾਂ ਸਾਰਿਆਂ ਦੀਆਂ ਖੋਲ੍ਹ ਰਹੇ ਹਾਂ, ਸਾਬਕਾ ਕਾਂਗਰਸੀ ਮੰਤਰੀਆਂ ਤੇ ਕਾਰਵਾਈ ਹੋ ਗਈ, ਕਿਸੇ ਨੂੰ ਈਡੀ ਪੁੱਛ ਰਹੀ ਹੈ, ਕਿਸੇ ਨੂੰ ਕੋਈ ਹੋਰ ਏਜੰਸੀ ਪੁੱਛ ਰਹੀ ਹੈ, ਵਿੱਚ ਹੀ ਉਹ ਅਕਾਲੀਆਂ ਦਾ ਨਾਂ ਲੈਂਦੇ ਆ ਕਿ ਸੁੱਖ ਵਿਲਾ ਤੱਕ ਉਹਨਾਂ ਨੇ ਵਿਲਾਸ ਤੱਕ ਕਰ ਦਿੱਤੀ ਸੀ ਗੱਲ ਕਿ ਅਸੀਂ ਫਾਈਲਾਂ ਖੁਲਵਾ ਲਈਆਂ, ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤਾਂ ਸਾਰੀਆਂ ਗਈਆਂ ਸਾਰਿਆਂ 'ਤੇ ਕਾਰਵਾਈ ਕਰਾਂਗੇ। ਮੈਂ ਤਾਂ ਹਮੇਸ਼ਾ ਵੈਲਕਮ ਕਰਦਾ ਕਿ ਕਰਪਸ਼ਨ ਦੀਆਂ ਫਾਈਲਾਂ ਖੁੱਲ੍ਹਣੀਆਂ ਚਾਹੀਦੀਆਂ, ਜਿਹੜਾ ਕੋਈ ਦੋਸ਼ੀ ਆ ਫੜਨਾ ਚਾਹੀਦਾ। ਹੁਣ ਸਤਿੰਦਰ ਜੈਨ ਫੜਿਆ ਗਿਆ, 3 ਕਰੋੜ ਨਿਕਲਿਆ ਹੀ ਨਾ, ਹਾਲੇ ਹੋਰ ਨਿਕਲੇਗਾ, ਅੱਗੋਂ ਇਨਕੁਆਇਰੀ ਚੱਲੇਗੀ। ਹੁਣ CBI ਨੂੰ ਦਿੱਲੀ ਦੀ ਜਿਹੜੀ ਕੇਜਰੀਵਾਲ ਦੀ ਇਮਾਨਦਾਰ ਪਾਲਿਸੀ ਸੀਗੀ ਐਕਸਾਈਜ਼ ਦੀ, ਉਹਦੀ CBI ਕੋਲ ਇਨਕੁਆਇਰੀ ਗਈ, ਤੇ ਤੁਸੀਂ ਉੱਦਾਂ ਦਾ ਸਿਸੋਦੀਆ ਸਾਹਿਬ ਦਾ ਮੂੰਹ ਦੇਖਿਆ ਕਿੱਡਾ ਕੁ ਹੋਇਆ। ਉਹ ਕਿਸ ਗੱਲ ਦਾ ਪ੍ਰਤੀਕ ਹੈ? ਤੇ ਹੁਣ ਪੁਰਾਣੀ ਪਾਲਿਸੀ ਕਿਉਂ ਚਾਲੂ ਕਰ ਦਿੱਤੀ ਫਟਾਫਟ? ਉਹ ਜਿਹੜੀ 2 ਮਹੀਨੇ ਬਾਅਦ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਸੀ ਉਹ ਕੈਂਸਲ ਕਿਉਂ ਕੀਤੀ ਦਿੱਲੀ ਸਰਕਾਰ ਨੇ? ਹੁਣ ਕੀ ਖਤਰਾ ਪੈ ਗਿਆ? CBI ਦੀ ਇਨਕੁਆਇਰੀ ਆਰਡਰ ਹੋਈ ਹੈ, ਹਾਲੇ ਤਾਂ ਕੰਮ ਸ਼ੁਰੂ ਹੋਇਆ ਸੀ ਨਾ। ਤੇ ਜਿਹੜੀ ਐਕਸਾਈਜ਼ ਪਾਲਿਸੀ, ਜਿਹੜੇ ਇਮਾਨਦਾਰ ਲੀਡਰ ਸਭ ਤੋਂ ਦੁਨੀਆ ਦਾ ਕੇਜਰੀਵਾਲ, ਉਹਨੇ ਫਟਾਫਟ 2 ਮਹੀਨੇ ਦੇ ਵਿੱਚ ਉਹ ਕੈਂਸਲ ਵੀ ਕਰ ਦਿੱਤੀ। ਤੇ ਇਹ ਕਿਸੇ ਨੂੰ ਦੱਸਿਆ ਹੀ ਨਹੀਂ ਵੀ ਜਿਹੜਾ ਸਤਿੰਦਰ ਜੈਨ ਦੇ ਜਿਹੜਾ 3 ਕਰੋੜ ਰੁਪਈਆ ਤੇ ਕਿੰਨਾ ਸੋਨਾ ਫੜਿਆ ਗਿਆ ਵੀ ਉਹ ਕਿੱਥੋਂ ਆਇਆ ਸੀ, ਜਿਹੜਾ ਹੈਗਾ ਉਹਦਾ ਜ਼ਿਕਰ ਕਿਤੇ ਨਹੀਂ ਹੁੰਦਾ। ਆਪਣਾ ਇੱਕ ਮੰਤਰੀ ਫੜਿਆ ਸੀ ਤੇ ਹੁਣ ਉਹ ਬਤੌਰ MLA ਮੀਟਿੰਗਾਂ ਅਟੈਂਡ ਕਰਦਾ, ਲੋਕੀ ਸਾਰੇ ਸੋਸ਼ਲ ਮੀਡੀਆ 'ਚ ਛਾਪਦੇ ਆ। ਇੱਕ ਪਾਸੇ ਉਹਨੂੰ ਮੰਤਰੀ ਤੋਂ ਲਾਇਆ ਸੀ, ਦੂਜੇ ਪਾਸੇ ਹੁਣ ਉਹ ਆਮ ਆਦਮੀ ਪਾਰਟੀ ਦਾ MLA ਵੀ ਆ। ਤੇ ਫਿਰ ਦੱਸੋ ਫਿਰ ਪੀ ਸੱਚਾਈ ਕੀ ਹੈ ਜੀ? ਉਹ ਹੁਣ ਆਪਣੇ ਕੰਮ ਵੀ ਕਰ ਰਿਹਾ, ਤੁਹਾਡੀ ਪਾਰਟੀ ਦਾ ਵੀ ਲੀਡਰ ਹੈ, ਤੇ ਤੁਸੀਂ ਡਰਾਮਾ ਵੀ ਬੜਾ ਵੱਡਾ ਕਰ ਲਿਆ ਵੀ ਅਸੀਂ ਮੰਤਰੀ ਫੜ ਲਿਆ। ਤੇ ਕਾਰਨ ਕੀ ਸੀ? ਆ ਮੇਰੇ ਖਿਆਲ ਇਹੀ ਕਲੀਨਿਕ ਵਾਲੇ ਪੈਸੇ ਨਹੀਂ ਮੰਨਦਾ ਹੋਣਾ ਉਹ ਵਿੱਚੋਂ ਹਿੱਸਾ ਦੇਣਾ, ਤੇ ਉਦੋਂ ਉਹਨੂੰ ਦੂਜੇ ਪਾਸੇ ਸਿੱਧਾ ਕਰ ਲਿਆ। ਹੁਣ ਉਹੀ MLA ਉੱਥੇ ਤੁਰੇ ਫਿਰਦਾ ਜੀ। ਹੁਣ ਸੱਚਾਈ ਤਾਂ ਦੱਸਣ ਨਾ ਵੀ ਸੱਚਾਈ ਕੀ ਹੈ ਜੀ। ਡਾਕਟਰ ਸਾਹਿਬ, ਜੇਕਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਦੀ ਗੱਲ ਕਰੀਏ, ਮੇਰੇ ਆਖਰੀ 1-2 ਸਵਾਲ ਨੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਲਿਆਂ ਨੇ ਵੀ ਅੰਮ੍ਰਿਤਸਰ ਆ ਕੇ ਦਫ਼ਤਰ ਖੋਲ੍ਹ ਲਿਆ ਕਿ ਸਿੱਖ ਪ੍ਰਚਾਰੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਅਸੀਂ। ਸ਼੍ਰੋਮਣੀ ਅਕਾਲੀ ਦਲ ਦੀ ਇਹ ਰਾਜਨੀਤੀ ਦੇ ਵਿੱਚ ਤੁਸੀਂ ਕਿਵੇਂ ਸਮਝਦੇ ਹੋ ਕਿ ਜਿਹੜੀਆਂ ਚੀਜ਼ਾਂ ਹੋ ਰਹੀਆਂ, ਇਸ ਦੇ ਪਿੱਛੇ ਕਾਰਨ ਕੀ ਹੈ? ਕੀ ਇੱਥੋਂ ਵਾਲੀ SGPC ਜਾਂ ਫਿਰ ਤੁਸੀਂ ਕਿਤੇ ਨਾ ਕਿਤੇ ਕਾਮਯਾਬ ਨਹੀਂ ਆ ਸਿੱਖੀ ਦੇ ਪ੍ਰਚਾਰ ਕਰਨ ਲਈ? ਦੇਖੋ, ਵੈਸੇ ਤੇ ਸਾਡੇ ਗੁਰੂ ਸਾਹਿਬਾਨ ਨੇ ਹਰ ਸਿੱਖ ਨੂੰ ਹੀ ਹੁਕਮ ਕੀਤਾ ਹੈ ਕਿ ਆਪ ਜਪੋ, ਅਵਰਾ ਨਾਮ ਜਪਾਓ। ਪ੍ਰਚਾਰ ਕਰਨ ਦੇ ਉੱਤੇ ਕਿਸੇ ਕੋਲ ਵੀ ਪਾਬੰਦੀ ਨਹੀਂ ਹੈ, ਭਾਵੇਂ SGPC ਹੈ, ਭਾਵੇਂ ਦਿੱਲੀ ਕਮੇਟੀ ਹੈ, ਭਾਵੇਂ ਕੋਈ ਕਿਸੇ ਪਿੰਡ ਦੀ ਛੋਟੀ ਕਮੇਟੀ ਹੈ, ਭਾਵੇਂ ਕੋਈ ਨਹੀਂ ਵੀ ਕਮੇਟੀ, ਕੋਈ ਇਕੱਲਾ ਵੀ ਕਰਨਾ ਚਾਹਵੇ, ਹਰ ਇੱਕ ਦੀ ਡਿਊਟੀ ਲੱਗੀ ਹੋਈ ਹੈ ਕਿ ਆਪ ਵੀ ਜਿਹੜੀ ਹੈ ਬਾਣੀ ਦੇ ਨਾਲ ਜੁੜੋ ਤੇ ਇਹਦਾ ਪ੍ਰਚਾਰ ਵੀ ਕਰੋ। ਇਸ ਕਰਕੇ ਪ੍ਰਚਾਰ ਦੇ ਪੱਖ ਤੋਂ ਕੋਈ ਕਰਨਾ ਚਾਹਵੇ ਤੇ ਉਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਤੁਹਾਨੂੰ ਕੀ ਲੱਗਦਾ ਇਕੱਲਾ ਪ੍ਰਚਾਰ ਹੈ ਜਾਂ ਇਸ ਦੇ ਪਿੱਛੇ ਕੁਝ? ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਨਾ, ਇਹ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਬੜੇ ਵੱਡੇ ਏਮ ਨੂੰ ਮੁੱਖ ਰੱਖ ਕੇ ਤੇ ਸਾਡੇ ਬਜ਼ੁਰਗਾਂ ਨੇ ਇੱਕ ਕਮਾਲ ਦਾ ਪ੍ਰਬੰਧ ਜਿਹੜਾ ਹੈ ਕਿਸੇ ਧਰਮ ਦੇ ਵਿੱਚ ਸਥਾਪਿਤ ਕੀਤਾ ਹੋਇਆ। ਇਹ ਉਹ ਕਮੇਟੀ ਹੈ ਜਿਹੜੀ ਪਾਰਟੀਸ਼ਨ ਤੱਕ ਪਾਕਿਸਤਾਨ ਦੇ ਵੀ ਸਾਰੇ ਗੁਰਧਾਮਾਂ ਦਾ ਪ੍ਰਬੰਧ ਕਰਦੀ ਹੁੰਦੀ ਸੀ। ਉਸ ਤੋਂ ਬਾਅਦ ਵੀ 90 ਤੱਕ ਪਾਕਿਸਤਾਨ ਦੇ ਗੁਰਧਾਮਾਂ ਦਾ ਵੀ ਪ੍ਰਬੰਧ ਕਰਦੀ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਰੇ ਦੇਸ਼ ਦੇ ਵਿੱਚੋਂ ਵੀ ਕੋਆਪਟ ਹੁੰਦੇ ਆ। ਇਲੈਕਸ਼ਨ ਤਾਂ 4 ਸਟੇਟਾਂ 'ਚ ਹੁੰਦੀ ਹੈ, 3 ਸਟੇਟਾਂ ਤੇ ਚੰਡੀਗੜ੍ਹ ਦੇ ਵਿੱਚ, ਨਾਲ ਦੂਜੇ ਸੂਬਿਆਂ ਤੋਂ ਵੀ 15 ਮੈਂਬਰ ਕੋਆਪਟ ਕਰਦੇ ਆ। ਔਰ ਸਾਰੇ ਦੇਸ਼ ਦੇ ਵਿੱਚ 20 ਦੇ ਕਰੀਬ ਉਹਨਾਂ ਦੇ ਮਿਸ਼ਨ ਹੈ, ਜਿਹਦੇ 'ਚ ਬੰਬੇ 'ਚ ਵੀ ਹੈ, ਛੱਤੀਸਗੜ੍ਹ 'ਚ ਵੀ ਹੈ, ਦਿੱਲੀ 'ਚ ਵੀ ਹੈ, ਹਰਿਆਣੇ ਦੇ ਵਿੱਚ ਵੀ ਹੈ, UP ਦੇ ਵਿੱਚ ਵੀ ਹੈ। ਉਹਨਾਂ ਦੀ ਤਾਂ ਆਪਣੀ ਡਿਊਟੀ ਹੈ ਕਿ ਸਾਰੇ ਦੇਸ਼ ਦੇ ਵਿੱਚ ਉਹ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰ ਕਰਦੀ। ਜਿਹੜੀ ਦਿੱਲੀ ਕਮੇਟੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਹਿੰਮਤ ਮਾਰ ਕੇ ਐਕਟ ਬਣਾ ਕੇ ਤੇ ਦਿੱਲੀ ਸ਼ਹਿਰ ਦੇ ਗੁਰਦੁਆਰਿਆਂ ਵਾਸਤੇ ਬਣਾਈ ਸੀ। ਇਸ ਕਰਕੇ ਉਹ ਵੀ ਉਹਦਾ ਆਪਣਾ ਇੱਕ ਬੜਾ ਵੱਡਾ ਰੋਲ ਹੈ। ਦਿੱਲੀ ਦੇ ਵਿੱਚ ਬੜੇ ਵੱਡੇ ਸਾਡੇ ਇਤਿਹਾਸਿਕ ਸਥਾਨ, ਇਸ ਕਰਕੇ ਉਹ ਇੱਕ ਸ਼ਹਿਰ ਦੀ ਕਮੇਟੀ ਹੈ। ਇਹ ਸਾਰੇ ਦੇਸ਼ ਦੀ ਰਿਪਰੈਜ਼ੈਂਟੇਟਿਵ ਬਾਡੀ ਹੈ। ਪਰ ਫਿਰ ਵੀ ਜੇ ਦਿੱਲੀ ਕਮੇਟੀ ਦੇ ਇੱਥੇ ਆ ਕੇ ਪ੍ਰਚਾਰ ਕਰਨਾ ਚਾਹੁੰਦੇ, ਸਾਨੂੰ ਕੀ ਇਤਰਾਜ਼? ਤੁਹਾਨੂੰ ਕੀ ਲੱਗਦਾ ਕੇਵਲ ਪ੍ਰਚਾਰ ਹੈ ਕਿ ਇਹਦੇ ਪਿੱਛੇ ਕੁਝ ਹੋਰ ਵੀ ਹੈ? ਇਹ ਤਾਂ ਹੁਣ ਸੰਗਤ ਦੱਸੇਗੀ। ਮੈਂ ਐਵੇਂ ਪ੍ਰਚਾਰ ਦੇ ਉੱਤੇ ਉਂਗਲ ਚੱਕਾਂ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਪ੍ਰਚਾਰ ਜੇ ਕਰਨਾ ਤਾਂ ਉਧਰ ਬੜੀ ਜਗ੍ਹਾ ਹਲੇ ਹੈਗੀ ਜਿੱਥੇ ਸ਼੍ਰੋਮਣੀ ਕਮੇਟੀ ਇੱਥੋਂ ਪਹੁੰਚ ਕਰਦੀ ਹੈ, ਤੁਸੀਂ ਅੱਧ 'ਚ ਬੈਠੇ ਹੋ ਤੇ ਤੁਸੀਂ ਅੱਗੇ ਕਰੋਗੇ ਤਾਂ ਹੋਰ ਉਹਦੇ ਨਾਲ ਸਹੂਲਤ ਹੋਏਗੀ, ਸੰਗਤ ਨੂੰ ਅਪਰੋਚ ਕਰਨਾ ਈਜ਼ੀ ਹੋਏਗਾ। ਪਰ ਜੇ ਕਰਨਾ ਚਾਹੁੰਦੇ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ ਹੈ।
ਬਾਕੀ ਅਸਲੀਅਤ ਕੀ ਨਿਕਲਦੀ ਆ ਉਹ ਆਪੇ ਸੰਗਤ ਦੇ ਸਾਹਮਣੇ ਆ ਜਾਏ ਕਿ ਮੈਨੂੰ ਉਹਦੇ 'ਚ ਪੈਣ ਦੀ ਲੋੜ ਹੀ ਨਹੀਂ। ਜੀ ਮੇਰਾ ਇੱਕ ਆਖਰੀ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਢਾਂਚਾ ਹੈ ਜਥੇਬੰਦਕ ਉਹ ਭੰਗ ਕਰ ਦਿੱਤਾ ਗਿਆ, ਕੋਰ ਕਮੇਟੀ ਦੇ ਵਿੱਚ ਫੈਸਲਾ ਲਿਆ ਗਿਆ, ਉਸ ਦੇ ਵਿੱਚ ਕੁਝ ਲੀਡਰਾਂ ਨੂੰ ਤੁਹਾਡੇ ਇਤਰਾਜ਼ ਵੀ ਹੋ ਗਿਆ, ਖਾਸ ਕਰਕੇ ਚਿੱਠੀ ਵੀ ਲਿਖੀ ਗਈ ਕਿ ਪ੍ਰਧਾਨਗੀ ਦੇ ਉੱਤੇ ਸਵਾਲ ਉੱਠੇ ਕਿ ਜੇਕਰ ਅਗਵਾਈ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਚੋਣਾਂ ਹਾਰ ਗਏ, 2-3 ਚੋਣਾਂ ਹਾਰ ਗਏ 2-3 ਵਾਰੀ ਦੀਆਂ, ਤਾਂ ਫਿਰ ਪ੍ਰਧਾਨ ਬਦਲਣ ਦੀ ਗੱਲ ਕਿਉਂ ਨਹੀਂ ਤੁਰਦੀ? ਜਗਮੀਤ ਬਰਾੜ ਹੋਰਾਂ ਨੇ ਤਾਂ ਚਿੱਠੀ ਦੇ ਵਿੱਚ ਸਲਾਹ ਵੀ ਦੇ ਦਿੱਤੀ ਕਿ ਕਿੰਨੇ ਸਾਲਾਂ ਲਈ ਪ੍ਰਧਾਨ ਹੋਣਾ ਚਾਹੀਦਾ, ਕਿੰਨੇ ਲਈ। ਤੁਸੀਂ ਕੀ ਸਮਝਦੇ? ਗੱਲ ਇਹ ਹੈ ਕਿ ਪਹਿਲੀ ਗੱਲ ਹੈ ਕਿ ਸਾਡਾ ਇੱਕ ਰਵਾਇਤ ਹੈ, ਬੜੇ ਪੁਰਾਣੇ ਲੀਡਰ ਸਾਡੀ ਪਾਰਟੀ ਦੇ ਵਿੱਚ ਹੈ। 30 ਸਾਲ ਤਾਂ ਮੈਨੂੰ ਹੋ ਗਏ, ਮੇਰੇ ਤੋਂ ਦੁੱਗਣੀ ਸੇਵਾ ਵਾਲੇ ਵੀ ਲੀਡਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਆ, ਜਿਨ੍ਹਾਂ ਦੀ ਮੇਰੇ ਤੋਂ ਵੀ ਦੁੱਗਣੀ ਸੇਵਾ ਪਾਰਟੀ ਦੇ ਵਿੱਚ ਹੈ। ਕਈਆਂ ਦੀ 40 ਸਾਲ ਹੈ, ਕਈਆਂ ਦੀ 50 ਸਾਲ ਹੈ। ਇਸ ਕਰਕੇ ਬੜੇ ਪੁਰਾਣੇ ਲੀਡਰ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰਦੇ। ਜਿੱਤਾਂ ਹਾਰਾਂ ਹੁੰਦੀਆਂ ਉਹਦੀ ਅਸੀਂ ਆਪਣੀ ਪਾਰਟੀ ਦੀ ਕਮੇਟੀ ਬਣਾ ਕੇ ਉਹਦੀ ਤਹਿ ਤੱਕ ਵੀ ਗਏ ਆ। ਹਾਲੇ ਉਹਦੀ ਨਾਲ ਅਸੀਂ ਪੂਰੀ ਜਿਹੜੀ ਹੈ ਉਸ ਰਿਪੋਰਟ ਦੇ ਲੇਖਾ ਜੋਖਾ ਵੀ ਅਸੀਂ ਨਾਲ ਕਰਦੇ। ਇਹ ਇੱਕ ਲਗਾਤਾਰ ਪ੍ਰਕਿਰਿਆ ਪਾਰਟੀ ਦੀ ਕਿ ਜਦੋਂ ਵੀ ਉਤਰਾਅ ਚੜ੍ਹਾਅ ਹੁੰਦੇ ਆ ਪਾਰਟੀ ਦੇਖਦੀ ਆ ਕਿੱਥੇ ਸੁਧਾਰ ਕਰਨ ਦੀ ਲੋੜ ਹੈ, ਉੱਥੇ ਸੁਧਾਰ ਕੀਤੇ ਜਾਣਗੇ। ਵੱਡੀਆਂ ਤਬਦੀਲੀਆਂ ਦੀ ਲੋੜ ਹੈ, ਵੱਡੀਆਂ ਤਬਦੀਲੀਆਂ ਕੀਤੇ ਜਾਣਗੇ। ਪਰ ਜਦੋਂ ਕੋਈ ਮੀਡੀਆ ਦੇ ਵਿੱਚ ਜਾ ਕੇ ਕਰਦਾ ਤਾਂ ਪਾਰਟੀ ਦੇ ਹਿੱਤ ਦੀ ਗੱਲ ਨਹੀਂ ਹੁੰਦੀ। ਉਹਨੂੰ ਸਾਡੀ ਪਾਰਟੀ ਦੇ ਵਿੱਚ ਇੱਕ ਅਸੂਲ ਹੈ ਕਿ ਕਦੀ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਜਦੋਂ ਕੋਈ ਇਹ ਨੁਕਸਾਨ ਕਰਨ ਵਾਸਤੇ ਸਟੇਟਮੈਂਟਾਂ ਵੱਧ ਹੁੰਦੀਆਂ ਨੇ, ਪਾਰਟੀ ਦਾ ਭਲਾ ਘੱਟ ਕਰ। ਇਸ ਕਰਕੇ ਪਾਰਟੀ ਦੇ ਅੰਦਰ ਜਿਹੜਾ ਮੰਥਨ ਚੱਲਦਾ ਉਹ ਚੱਲਦਾ ਰਹੇਗਾ। ਉਹਦੇ ਮੁਤਾਬਕ ਜੋ ਸਾਨੂੰ ਚੇਂਜਸ ਕਰਨ ਦੀ ਲੋੜ ਹੋਏਗੀ ਢਾਂਚੇ ਦੇ ਵਿੱਚ ਉਹ ਕਰਾਂਗੇ। ਲੇਕਿਨ ਸ਼ਕਤੀਸ਼ਾਲੀ ਤਰੀਕੇ ਦੇ ਨਾਲ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਫਿਰ ਲੋਕਾਂ ਦੀ ਸੇਵਾ 'ਚ ਹਾਜ਼ਰ ਹੋਏਗਾ। ਇਸ ਗੱਲ ਦਾ ਮੈਂ ਲੋਕਾਂ ਨੂੰ ਭਰੋਸਾ ਦਵਾਉਣਾ। ਜੀ ਪ੍ਰਧਾਨ ਸਾਹਿਬ ਕੰਮ ਕਰ ਰਹੇ ਆ, ਸਾਰਿਆਂ ਨੇ ਜਿਹੜੀ ਹੈਗੀ ਆ ਉਹਨਾਂ ਦੇ ਵਿੱਚ ਭਰੋਸਾ ਪ੍ਰਗਟ ਕੀਤਾ ਤੇ ਤਾਂ ਹੀ ਕੰਮ ਕਰ ਰਹੇ। ਇਸ ਕਰਕੇ ਕੋਈ ਬਾਹਰ ਇੱਕ ਅੱਧਾ ਬੰਦਾ ਕਹੀ ਜਾਵੇ ਉਹਨੂੰ ਸਾਡੀ ਪਾਰਟੀ 'ਚ ਕਦੀ ਵੀ ਇਸ ਚੀਜ਼ ਨੂੰ ਇਨਕਰੇਜ ਨਹੀਂ ਕੀਤਾ ਜਾਂਦਾ। ਜੀ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ, ਸ਼ੁਕਰੀਆ ਜੀ। ਮਿਹਰਬਾਨੀ। ਇਸ ਨੂੰ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਆਮ ਆਦਮੀ ਪਾਰਟੀ ਦਾ ਰਵੱਈਆ, ਖਾਸ ਕਰਕੇ ਮੁੱਖ ਮੰਤਰੀ ਦੀ ਕਾਰਜਸ਼ੈਲੀ ਦੇ ਉੱਤੇ ਇਹਨਾਂ ਨੇ ਸਵਾਲ ਚੁੱਕੇ ਨੇ, ਕਿਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੁੱਖ ਮੰਤਰੀ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਕੀ ਹੈ, ਇਸ ਨੂੰ ਵਧੀਆ ਢੰਗ ਦੇ ਨਾਲ ਹੋਰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ, ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸਿਆਸਤ ਦੇ ਵਿੱਚ ਹੋਰ ਕੀ ਬਦਲਾਅ ਦੇਖਣ ਨੂੰ ਮਿਲਦੇ ਨੇ। ਫਿਲਹਾਲ ਅੱਜ ਦੀ ਮੁਲਾਕਾਤ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।